ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਇੱਕ ਵੀਰ ਦੇ ਵੱਲੋਂ ਆਇਆ ਹੈ ਕਿ ਕੀ ਗੁਰਬਾਣੀ ਸਾਡੇ ਤਨ ਦਾ ਰੋਗ ਠੀਕ ਕਰ ਸਕਦੀ ਆ? ਜੇ ਕਰ ਸਕਦੀ ਆ ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪ ਰੋਗ ਦਾ ਸ਼ਿਕਾਰ ਹੋਏ ਔਰ ਇਸ ਤਰ੍ਹਾਂ ਜੋਤੀ ਜੋਤ ਸਮਾਏ ਨੇ, ਉਹਨਾਂ ਦਾ ਰੋਗ ਠੀਕ ਕਿਉਂ ਨਹੀਂ ਹੋਇਆ? ਮੈਨੂੰ ਇੰਜ ਲੱਗਦਾ ਹੈ, ਉਹ ਵੀਰ ਲਿਖਦਾ ਵੀ ਮੈਨੂੰ ਇੰਜ ਲੱਗਦਾ ਹੈ ਵੀ ਗੁਰਬਾਣੀ ਕੇਵਲ ਮਨ ਦੇ ਰੋਗ ਹੀ ਠੀਕ ਕਰਦੀ ਆ, ਤਨ ਦੇ ਰੋਗ ਨਹੀਂ ਠੀਕ ਕਰਦੀ। ਵੈਸੇ ਇਹ ਤਰਕ ਵੱਧ ਲੱਗਦਾ ਹੈ ਤੇ ਸਵਾਲ ਘੱਟ ਲੱਗਦਾ ਹੈ, ਪਰ ਫਿਰ ਵੀ ਆਪਾਂ ਪੋਜ਼ਿਟਿਵਲੀ ਲੈ ਕੇ ਇਹਨੂੰ ਗੁਰਬਾਣੀ ਚੋਂ ਵਿਚਾਰਦੇ ਆ। ਔਰ ਮੈਂ ਦੇਖਿਆ ਵੀ ਇਹ ਸ਼ੰਕਾ ਨਾ ਜੀ ਬੜਿਆਂ ਦੇ ਮਨ ਦੇ ਵਿੱਚ ਆ। ਮੈਂ ਕਈ ਲੈਕਚਰਰ, ਪ੍ਰਚਾਰਕ, ਲੈਕਚਰ ਕਰਨ ਵਾਲੇ, ਕਲਾਸਾਂ ਲਾਉਣ ਵਾਲੇ ਕਈ ਦੇਖੇ ਨੇ ਜਿਹੜੇ ਇਸ ਗੱਲ ਦੇ ਦਾਅਵੇ ਕਰਦੇ ਨੇ ਜੀ ਗੁਰਬਾਣੀ ਕੇਵਲ ਮਨ ਦੇ ਰੋਗ ਠੀਕ ਕਰਦੀ ਆ, ਤਨ ਦੇ ਰੋਗ ਨਹੀਂ ਠੀਕ ਕਰਦੀ। ਅੱਜ ਦੇਖੋ ਆਪਾਂ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਗੁਰਬਾਣੀ ਦੇ ਵਿੱਚੋਂ ਇਹ ਸਮਝਾਂਗੇ ਵੀ ਗੁਰਬਾਣੀ ਕਿੰਨਾਂ ਗੱਲਾਂ ਦੇ ਸਮਰੱਥ ਹੈ। ਪਰ ਸਭ ਤੋਂ ਪਹਿਲਾਂ ਜਿਹੜੀ ਇਹ ਗੱਲ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਕੀਤੀ ਗਈ ਹੈ ਨਾ ਇਸ ਵੀਰ ਦੇ ਵੱਲੋਂ, ਜਾਂ ਹੋਰ ਵੀ ਬੜੇ ਇਹ ਪ੍ਰਮਾਣ ਲੈਂਦੇ ਨੇ ਇਤਿਹਾਸ ਦੇ ਵਿੱਚੋਂ, ਤਾਂ ਮੈਂ ਇੱਕ ਬੇਨਤੀ ਕਰਾਂਗਾ। ਦੇਖੋ ਜੀ, ਜੇ ਅਸੀਂ ਇਤਿਹਾਸ ਦੇ ਵਿੱਚੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਹਵਾਲਾ ਲੈ ਕੇ ਇਹ ਸਿੱਧ ਕਰਨਾ ਹੈ ਕਿ ਗੁਰਬਾਣੀ ਕੀ ਕਰ ਸਕਦੀ ਹੈ ਤੇ ਕੀ ਨਹੀਂ ਕਰ ਸਕਦੀ, ਫਿਰ ਇਤਿਹਾਸ ਦੇ ਵਿੱਚ ਕੇਵਲ ਇਹ ਪੱਖ ਹੀ ਨਹੀਂ ਮਿਲਦਾ। ਜੇ ਇਤਿਹਾਸ ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਜੁੜੀ ਉਹ ਘਟਨਾ ਮਿਲਦੀ ਆ ਤਾਂ ਇਤਿਹਾਸ ਦੇ ਵਿੱਚ ਤਾਂ ਇਹ ਵੀ ਜ਼ਿਕਰ ਆਉਂਦਾ ਹੈ ਕਿ ਲਾਹੌਰ ਦਾ ਰਹਿਣ ਵਾਲਾ ਵਜ਼ੀਰ ਖਾਂ, ਇਹ ਸਰਹੰਦ ਵਾਲਾ ਵਜ਼ੀਰ ਖਾਂ ਨਹੀਂ, ਲਾਹੌਰ ਦਾ ਰਹਿਣ ਵਾਲਾ ਵਜ਼ੀਰ ਖਾਂ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਹੋਇਆ ਹੈ। ਇਹ ਆਪ ਹਕੀਮ ਸੀ, ਡਾਕਟਰ ਸੀ, ਤੇ ਇਹਨੂੰ ਜਲੋਦਰ ਦਾ ਰੋਗ ਆ ਜੀ, ਬੜੇ ਤਕਲੀਫ ਚ ਉਸ ਰੋਗ ਕਰਕੇ ਇਹਨੇ ਬੜੇ ਯਤਨ ਕੀਤੇ, ਬੜੇ ਇਲਾਜ ਕੀਤੇ, ਪਰ ਠੀਕ ਨਾ ਹੋਇਆ। ਇੱਕ ਦਿਨ ਕੀ ਹੋਇਆ, ਕਹਿੰਦੇ ਨੇ ਵੀ ਇੱਕ ਭਾਈ ਭਾਨੂ ਨਾਮ ਦਾ ਸਿੱਖ ਸੁਖਮਨੀ ਸਾਹਿਬ ਪੜ੍ਹਦਾ ਤੁਰਿਆ ਜਾ ਰਿਹਾ ਸੀ, ਇਹਦੇ ਕੰਨਾਂ ਵਿੱਚ ਉਹ ਬਾਣੀ ਦੀ ਆਵਾਜ਼ ਪਈ, ਇਹਨੂੰ ਸੁੱਖ ਮਿਲਿਆ ਔਰ ਇਹਨੇ ਉਸ ਸਿੱਖ ਨੂੰ ਬੇਨਤੀ ਕੀਤੀ ਵੀ ਕਿਰਪਾ ਕਰਕੇ ਰੋਜ਼ ਅੰਮ੍ਰਿਤ ਵੇਲੇ ਮੈਨੂੰ ਇਹ ਬਾਣੀ ਸੁਣਾਇਆ ਕਰ। ਭਾਈ ਭਾਨੂ ਜੀ ਨੇ ਅੰਮ੍ਰਿਤ ਵੇਲੇ ਰੋਜ਼ ਉਸ ਵਜ਼ੀਰ ਖਾਂ ਨੂੰ ਸੁਖਮਨੀ ਸਾਹਿਬ ਸੁਣਾਉਣਾ ਔਰ ਸੁਖਮਨੀ ਸਾਹਿਬ ਦੀ ਬਾਣੀ ਸੁਣ ਕੇ ਉਹ ਵਜ਼ੀਰ ਖਾਂ ਦਾ ਰੋਗ ਠੀਕ ਹੋਇਆ, ਜਿਹੜਾ ਬੜੇ ਯਤਨਾਂ ਨਾਲ ਠੀਕ ਨਹੀਂ ਸੀ ਹੋ ਰਿਹਾ। ਇਤਿਹਾਸ ਦੇ ਵਿੱਚ ਤਾਂ ਇਹ ਵੀ ਸਾਖੀ ਮਿਲਦੀ ਹੈ, ਪ੍ਰਚਲਿਤ ਆ, ਬੜੀ ਪ੍ਰਚਲਿਤ ਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਇੱਕ ਘਟਨਾ ਹੋਈ, ਕਹਿੰਦੇ ਇੱਕ ਪ੍ਰੇਮਾ ਨਾਮ ਦਾ ਕੋਹੜੀ, ਇਤਿਹਾਸ ਦੇ ਵਿੱਚ ਤਾਂ ਇਹ ਵੀ ਮਿਲਦਾ ਹੈ, ਪ੍ਰੇਮਾ ਨਾਮ ਦਾ ਕੋਹੜੀ ਸਾਰਾ ਸਰੀਰ ਰੋਗ ਦੇ ਨਾਲ ਭਰਿਆ, ਕੋਹੜ ਦੇ ਨਾਲ ਭਰਿਆ, ਤੁਰ ਵੀ ਨਹੀਂ ਸੀ ਸਕਦਾ। ਕਿਸੇ ਨੇ ਚੱਕ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਲਿਆ ਕੇ ਬਿਠਾਤਾ, ਉੱਥੇ ਬੈਠ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਬੈਠ ਕੇ ਇਹਨੇ ਜੋੜੇ ਝਾੜਨੇ ਔਰ ਕੋਈ ਸਿੱਖ ਲੰਘਦਾ ਇਹਨੂੰ ਗੁਰਬਾਣੀ ਦੀ ਇੱਕ ਤੁਕ ਦੇ ਜਾਂਦਾ, ਉਹ ਤੁਕ ਸਾਰਾ ਦਿਨ ਪੜ੍ਹਦੇ ਰਹਿਣਾ। ਇਸ ਤਰ੍ਹਾਂ ਗੁਰਬਾਣੀ ਪੜ੍ਹ ਕੇ ਤੇ ਸੇਵਾ ਕਰਕੇ ਉਹਦਾ ਕੋਹੜ ਦਾ ਰੋਗ ਠੀਕ ਹੋਇਆ, ਜਿਹੜਾ ਪ੍ਰੇਮਾ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਮੁਰਾਰੀ ਨਾਮ ਦਿੱਤਾ, ਮੱਥੋ ਨਾਲ ਵਿਆਹ ਕਰਵਾਇਆ। ਮੱਥੋ ਮੁਰਾਰੀ ਜਿਨ੍ਹਾਂ ਨੂੰ 22 ਮੰਜੀਆਂ ਚੋਂ ਇੱਕ ਮੰਜੀ ਵੀ ਦਿੱਤੀ, ਬੜੀ ਪ੍ਰਚਲਿਤ ਸਾਖੀ ਇਤਿਹਾਸ ਦੇ ਵਿੱਚ ਇਹ ਵੀ। ਭਾਈ ਮੱਖਣ ਸ਼ਾਹ ਦੀ ਤਾਂ ਆਪਾਂ ਕਿੰਨੀ ਵਾਰ ਇਹ ਗੱਲ ਸੁਣਾਉਂਦੇ ਆ, ਜਹਾਜ਼ ਡੁੱਬਣ ਹੀ ਲੱਗਾ ਸੀ ਨਾ, ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਮੈਨੂੰ ਬਚਾ, ਜਪਜੀ ਸਾਹਿਬ ਪੜ੍ਹ ਕੇ ਅਰਦਾਸ ਕੀਤੀ ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਉਹਦਾ ਜਹਾਜ਼ ਪਾਰ ਹੋਇਆ। ਤਾਂ ਹੀ ਤਾਂ ਉਹ 500 ਮੋਹਰਾ ਸ਼ੁਕਰਾਨੇ ਦੇ ਵਜੋਂ ਲੈ ਕੇ ਬਕਾਲੇ ਦੀ ਧਰਤੀ ਤੇ ਪਹੁੰਚਿਆ ਹੈ ਨਾ। ਤੋ ਜੇ ਇਤਿਹਾਸ ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਉਹ ਘਟਨਾ ਮਿਲਦੀ, ਇਤਿਹਾਸ ਦੇ ਵਿੱਚ ਤਾਂ ਇਹ ਵੀ ਹਵਾਲੇ ਮਿਲਦੇ ਨੇ। ਇਹਦਾ ਮਤਲਬ ਕੀ ਹੋਇਆ ਵੀ ਇਤਿਹਾਸ ਦੇ ਵਿੱਚ ਫਿਰ ਇਹ ਆਪਾ ਵਿਰੋਧੀ ਪੱਖ ਮਿਲਦੇ ਨੇ। ਫਿਰ ਇੱਥੋਂ ਤਾਂ ਇਹ ਸਾਬਤ ਨਹੀਂ ਹੋਣਾ ਵੀ ਗੁਰਬਾਣੀ ਕੀ ਕਰ ਸਕਦੀ ਤੇ ਕੀ ਨਹੀਂ ਕਰ ਸਕਦੀ। ਹਾਲਾਂਕਿ ਇਹਦਾ ਵੀ ਸਪਸ਼ਟ ਜਵਾਬ ਆ, ਸਰਲ ਜਿਹਾ ਜਵਾਬ ਹੈ। ਇਸ ਵੀਡੀਓ ਦੇ ਐਂਡ ਤੇ ਮੈਂ ਇਸ ਗੱਲ ਦਾ ਵੀ ਜ਼ਿਕਰ ਕਰਾਂਗਾ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਆਪਣਾ ਰੋਗ ਠੀਕ ਕਿਉਂ ਨਹੀਂ ਹੋਇਆ ਤੇ ਕਈ ਸਿੱਖਾਂ ਦਾ ਹੋ ਗਿਆ। ਇਹਦਾ ਜ਼ਿਕਰ ਕਰਾਂਗੇ, ਬਾਦਲੀਲ ਕਰਾਂਗੇ, ਗੁਰਬਾਣੀ ਦੇ ਵਿੱਚੋਂ ਤੇ ਇਤਿਹਾਸ ਦੇ ਵਿੱਚੋਂ ਕਰਾਂਗੇ। ਪਰ ਉਸ ਤੋਂ ਪਹਿਲਾਂ ਆਓ ਆਪਾਂ ਗੁਰਬਾਣੀ ਚੋਂ ਦੇਖ ਲਈਏ ਕਿ ਸਤਿਗੁਰੂ ਦੀ ਬਖਸ਼ਿਸ਼ ਕੀ ਕੁਝ ਕਰਨ ਦੇ ਸਮਰੱਥ ਹੈ। ਵੈਸੇ ਤਾਂ ਸਤਿਗੁਰਾਂ ਨੇ ਸਪਸ਼ਟ ਜੀ ਗੱਲ ਕਹੀ, ਆਪਾਂ ਬੜੀ ਵਾਰ ਮੰਗਲਾ ਚਰਨ ਪੜ੍ਹਦੇ ਆ, ਡੰਡੌਤ ਬੰਦਨ ਅਣਕ ਬਾਰ ਸਰਬ ਕਲਾ ਸਮਰੱਥ। ਉਹ ਸਾਰੀਆਂ ਕਲਾ ਦੇ ਸਮਰੱਥ ਹੈ, ਇੱਕ ਅੱਧੀ ਕਲਾ ਸਮਰੱਥ ਨਹੀਂ, ਉਹ ਪ੍ਰਮਾਤਮਾ ਸਰਬ ਕਲਾ ਸਮਰੱਥ ਹੈ। ਪਰ ਫਿਰ ਵੀ ਕੋਈ ਸਪਸ਼ਟ ਜਿਹਾ ਪ੍ਰਮਾਣ ਲੈਂਦੇ ਆਪਾਂ ਜਿਹਦੇ ਚ ਬਿਲਕੁਲ ਸਾਫ਼ ਹੋ ਜਾਵੇ ਗੱਲ ਕਿ ਗੁਰਬਾਣੀ ਮਨ ਦੇ ਰੋਗ ਵੀ ਠੀਕ ਕਰਦੀ ਆ, ਤਨ ਦੇ ਰੋਗ ਵੀ ਠੀਕ ਕਰਦੀ ਆ। ਗੁਰਬਾਣੀ ਦੇ ਵਿੱਚ ਦੇਖੋ ਇੱਕ ਬਚਨ ਆਪਾਂ ਮੇਰੇ ਖਿਆਲ ਅਰਦਾਸ ਕਰਨ ਤੋਂ ਪਹਿਲਾਂ ਹਰ ਇੱਕ ਸਿੱਖ ਪੜ੍ਹਦਾ, ਉਹ ਬਚਨ ਆ ਜੀ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੇ, ਜਾ ਕੀ ਪ੍ਰਭ ਆਗੇ ਅਰਦਾਸ। ਅਸੀਂ ਜਿੰਨੇ ਮਰਜ਼ੀ ਅਰਥ ਕਰ ਲਏ ਵੀ ਇਹ ਬਿਗਨ ਮੰਨਦੇ ਨੇ, ਪਰ ਇੱਥੇ ਸਤਿਗੁਰਾਂ ਨੇ ਤੀਨੇ ਤਾਪ ਸ਼ਬਦ ਵਰਤਿਆ। ਮੈਂ ਤੁਹਾਨੂੰ ਸਕਰੀਨ ਤੇ ਪ੍ਰੋਫੈਸਰ ਸਾਹਿਬ ਸਿੰਘ ਦੇ ਵੱਲੋਂ ਕੀਤੇ ਹੋਏ ਇਹਦੇ ਅਰਥ ਵੀ ਦਿਖਾ ਰਿਹਾ ਵੀ ਤੀਨੇ ਤਾਪ ਕਿਹੜੇ ਨੇ।
ਹਾਲਾਂਕਿ ਮੈਂ ਇਕੱਲੇ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥਾਂ ਤੇ ਹੀ ਡਿਪੈਂਡ ਨਹੀਂ ਰਵਾਂਗਾ, ਗੁਰਬਾਣੀ ਦੇ ਵਿੱਚ ਹੋਰ ਵੀ ਸਪਸ਼ਟ ਪ੍ਰਮਾਣ ਲਵਾਂਗੇ ਆਪਾਂ। ਪ੍ਰੋਫੈਸਰ ਸਾਹਿਬ ਸਿੰਘ ਨੇ ਤੀਨੇ ਤਾਪ ਦੇ ਅਰਥ ਕੀਤੇ ਨੇ ਵੀ ਇਹ ਤਿੰਨ ਤਾਪ ਕਿਹੜੇ ਨੇ? ਆਦ ਰੋਗ, ਵਿਆਦ ਤੇ ਉਪਾਦ। ਆਦ ਕਿਹੜਾ ਹੁੰਦਾ ਹੈ ਜੀ? ਮਨ ਦਾ ਰੋਗ। ਮਨ ਤੇ ਕੋਈ ਵੀ ਰੋਗ ਹੋਵੇ, ਜਿਵੇਂ ਚਿੰਤਾਵਾਂ ਹੋਣੀਆਂ, ਵਕਾਰ ਹੋਣੇ, ਕਾਮ ਹੋਣਾ, ਈਰਖਾ ਹੋਣੀ, ਤ੍ਰਿਸ਼ਨਾ ਹੋਣੀ, ਇਹ ਮਨ ਦੇ ਰੋਗ ਨੇ। ਪਰਮਾਤਮਾ ਮਨ ਦੇ ਰੋਗ ਵੀ ਠੀਕ ਕਰਦਾ ਹੈ। ਤੀਨੇ ਤਾਪ ਨਿਵਾਰਨ ਹਾਰਾ ਆਦ। ਵਿਆਦ ਹੁੰਦੇ ਸਰੀਰਕ ਰੋਗ। ਦੇਖੋ ਸਾਹਿਬ ਸਿੰਘ ਨੇ ਸਪਸ਼ਟ ਲਿਖਿਆ, ਵਿਆਦ ਹੁੰਦਾ ਸਰੀਰਕ ਰੋਗ, ਸਰੀਰ ਤੇ ਕੋਈ ਕਸ਼ਟ ਆ ਗਿਆ, ਕੈਂਸਰ ਹੋ ਗਿਆ, ਕੋਈ ਬਿਮਾਰੀ ਲੱਗ ਗਈ। ਉਪਾਦ ਹੈ ਸਮਾਜਿਕ ਮੁਸ਼ਕਲ, ਘਰ ਦੇ ਵਿੱਚ ਕਲੇਸ਼ ਰਹਿੰਦੀ ਆ ਜਾਂ ਕੋਈ ਹੋਰ ਮੁਸ਼ਕਲ ਆ ਗਈ, ਇਹ ਹੋ ਗਿਆ ਉਪਾਦ। ਹੁਣ ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਪਰਮਾਤਮਾ ਕੇਵਲ ਮਨ ਦੇ ਹੀ ਰੋਗ ਠੀਕ ਕਰਦਾ ਹੈ। ਗੁਰਬਾਣੀ ਨੇ ਸਪਸ਼ਟ ਲਿਖਿਆ ਤਿੰਨੇ ਤਾਪ ਨਿਵਾਰਨ ਹਾਰਾ, ਰੱਬ ਤਿੰਨੇ ਹੀ ਤਾਪ ਦੂਰ ਕਰਦਾ। ਇਹ ਨਹੀਂ ਕੇਵਲ ਮਨ ਦੇ ਹੀ ਰੋਗ ਠੀਕ ਕਰਦਾ, ਉਹ ਤਿੰਨੇ ਹੀ ਰੋਗ ਠੀਕ ਕਰਦਾ ਹੈ, ਮਨ ਦੇ ਵੀ, ਤਨ ਦੇ ਵੀ ਤੇ ਸਮਾਜਿਕ ਕਸ਼ਟ ਵੀ। ਗੁਰਬਾਣੀ ਦੇ ਵਿੱਚ ਦੇਖੋ, ਚਲੋ ਇਹ ਤਾਂ ਤੀਨੇ ਤਾਪ ਨੂੰ ਸਾਹਿਬ ਸਿੰਘ ਨੇ ਖੋਲ ਕੇ ਲਿਖਿਆ, ਪਰ ਗੁਰਬਾਣੀ ਨੇ ਵੀ ਸਪਸ਼ਟ ਲਿਖੀ ਇਹ ਗੱਲ। ਪਹਿਲਾਂ ਗੁਰਬਾਣੀ ਨੇ ਸਪਸ਼ਟ ਕਰਤਾ ਵੀ ਤੀਨੇ ਤਾਪ ਕਿਹੜੇ ਨੇ। ਇਹ ਵੀ ਮੈਂ ਪ੍ਰਮਾਣ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ, ਤੁਸੀਂ ਆਪ ਦੇਖ ਲਿਓ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਸਾਹਿਬ ਜੀ ਨੇ, ਕਹਿੰਦੇ ਨੇ ਆਦ ਵਿਆਦ ਉਪਾਦ ਸਭ ਨਾਸੀ ਬਿਨਸੇ ਤੀਨੇ ਤਾਪ। ਹੁਣ ਇੱਥੇ ਤਿੰਨੋਂ ਤਾਪਾਂ ਦਾ ਸਪਸ਼ਟ ਜ਼ਿਕਰ ਕਰਤਾ। ਜਿਹਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ, ਜਿਹੜਾ ਪਰਮਾਤਮਾ ਦੀ ਸ਼ਰਣੀ ਆਇਆ ਨਾ, ਉਹਦੇ ਤਿੰਨੇ ਤਾਪ ਦੂਰ ਹੋ ਗਏ, ਤਿੰਨੇ ਤਾਪ ਨਾਸ਼ ਹੋ ਗਏ। ਕਿਹੜੇ ਕਿਹੜੇ? ਆਦ ਵੀ, ਵਿਆਦ ਵੀ ਤੇ ਉਪਾਦ ਵੀ। ਔਰ ਇਹ ਰਹਾਉ ਦੇ ਬਚਨ ਨੇ ਇਸ ਸ਼ਬਦ ਤੇ, ਭਾਵ ਅਰਥ ਨੇ ਇਹਦੇ। ਹੁਣ ਦੇਖੋ ਸਪਸ਼ਟ ਜੀ ਹੋ ਰਹੀ ਗੱਲ, ਮਹਾਰਾਜ ਨੇ ਕੇਂਦਰੀ ਭਾਵ ਹੀ ਦੱਸ ਦਿੱਤਾ ਕਿ ਪਰਮਾਤਮਾ ਦੇ ਨਾਮ ਨਾਲ ਜੁੜਨ ਵਾਲਿਆਂ ਦੇ ਤਿੰਨੇ ਤਾਪ ਹੀ ਖਤਮ ਹੋ ਜਾਂਦੇ ਨੇ, ਤਿੰਨੇ ਤਾਪ ਨਿਵਾਰਨ ਹਾਰਾ। ਤੋ ਇੱਥੋਂ ਸਪਸ਼ਟ ਹੁੰਦੀ ਪਈ ਆ ਗੱਲ ਕਿ ਪ੍ਰਮਾਤਮਾ ਮਨ ਦੇ ਰੋਗ ਵੀ ਠੀਕ ਕਰਦਾ ਹੈ, ਤਨ ਦੇ ਰੋਗ ਵੀ ਠੀਕ ਕਰਦਾ ਹੈ, ਸਮਾਜਿਕ ਕਸ਼ਟ ਵੀ ਦੂਰ ਕਰਦਾ ਹੈ। ਔਰ ਜਿਹੜੇ ਸੱਜਣ ਵਾਰ-ਵਾਰ ਸਟੇਜਾਂ ਤੇ ਖੜ ਕੇ ਦਾਅਵੇ ਕਰਦੇ ਨੇ ਵੀ ਗੁਰਬਾਣੀ ਕੇਵਲ ਮਨ ਦੇ ਰੋਗ ਹੀ ਠੀਕ ਕਰਦੀ ਆ, ਉਹ ਕਿਰਪਾ ਕਰਕੇ ਆ ਪ੍ਰਮਾਣ ਰੱਖਿਆ ਕਰੋ ਸੰਗਤ ਦੇ ਸਾਹਮਣੇ। ਤੇ ਸੰਗਤ ਜੀ ਮੈਂ ਬੇਨਤੀ ਕਰਾਂਗਾ, ਜਿਹੜੇ ਵੀ ਸੱਜਣ ਇਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਨੇ ਨਾ, ਉਹਨਾਂ ਨੂੰ ਇਹ ਸਵਾਲ ਕਰਿਆ ਕਰੋ, ਖੜੇ ਹੋ ਕੇ ਕਰਿਆ ਕਰੋ। ਕਿਤੇ ਵੀ ਦਿੰਦੇ ਨੇ, ਭਾਵੇਂ ਕਿਸੇ ਲੈਕਚਰ ਦੇ ਵਿੱਚ ਸਟੇਜਾਂ ਤੇ ਦਿੰਦੇ ਨੇ, ਖੜ ਕੇ ਪੁੱਛਿਆ ਕਰੋ ਇਹ ਪ੍ਰਮਾਣ ਵੀ ਗੁਰਬਾਣੀ ਤਾਂ ਕਹਿੰਦੀ, ਦੱਸੋ। ਜਦੋਂ ਪੁੱਛਣਾ ਸ਼ੁਰੂ ਕਰਾਂਗੇ ਨਾ, ਫੇਰ ਹੀ ਐਵੇਂ ਗਲਤ ਦਾਅਵੇ ਕਰਨੇ ਬੰਦ ਕਰਨਗੇ ਲੋਕ। ਅੱਛਾ, ਫਿਰ ਇੱਕ ਅਸੀਂ ਹੋਰ ਦਲੀਲ ਦਿੰਨੇ ਆ, ਆਖੇ ਜੀ ਫਲਾਣੇ ਬੰਦੇ ਨੇ ਅਰਦਾਸ ਕੀਤੀ ਸੀ ਵੀ ਉਹਦੇ ਤਨ ਤੇ ਰੋਗ ਸੀ, ਉਹਦਾ ਤਾਂ ਠੀਕ ਨਹੀਂ ਹੋਇਆ। ਅਸੀਂ ਪ੍ਰੈਜ਼ੈਂਟ ਡੇ ਦੀਆਂ ਵੀ ਉਦਾਹਰਨਾਂ ਦਿੰਨੇ, ਉਹਦਾ ਤਾਂ ਰੋਗ ਠੀਕ ਨਹੀਂ ਹੋਇਆ। ਔਰ ਇਸ ਚੀਜ਼ ਨੂੰ ਅਸੀਂ ਦਲੀਲ ਬਣਾ ਲੈਂਦੇ ਆ ਵੀ ਜੇ ਉਹਦੇ ਤਨ ਦਾ ਰੋਗ ਠੀਕ ਨਹੀਂ ਨਾ ਹੋਇਆ, ਤਨ ਦੇ ਰੋਗ ਨੂੰ ਦੂਰ ਕਰਨ ਵਾਸਤੇ ਉਹਨੇ ਅਰਦਾਸ ਕੀਤੀ ਸੀ, ਉਹ ਠੀਕ ਨਹੀਂ ਹੋਇਆ, ਦਾ ਮਤਲਬ ਗੁਰਬਾਣੀ ਠੀਕ ਹੀ ਨਹੀਂ ਕਰ ਸਕਦੀ, ਇਹ ਦਲੀਲ ਦਿੰਨੇ ਆ। ਤਾਂ ਮੈਂ ਇੱਕ ਇਮਾਨਦਾਰੀ ਦੇ ਨਾਲ ਇੱਕ ਗੱਲ ਦੱਸਿਓ, ਮੈਂ ਪੁੱਛਣਾ ਚਾਹੁੰਦਾ, ਜਿਹੜੇ ਵੀ ਇਹ ਵੀਰੇ ਲੈਕਚਰ ਕਰਦੇ ਐਸੀਆਂ ਦਲੀਲਾਂ ਦਿੰਦੇ ਨੇ, ਇਮਾਨਦਾਰੀ ਨਾਲ ਦੱਸਿਓ ਵੀ ਕੀ ਤੁਸੀਂ ਇਹ ਅਰਦਾਸ ਕੀਤੀ ਹੈ ਰੱਬ ਦੇ ਚਰਨਾਂ ਤੇ, ਵਾਹਿਗੁਰੂ ਜੀ ਕਿਰਪਾ ਕਰ ਮੇਰੇ ਮਨ ਦਾ ਰੋਗ ਠੀਕ ਕਰ, ਆ ਕ੍ਰੋਧ ਰੂਪੀ ਰੋਗ ਮੇਰੇ ਚੰਬੜਿਆ, ਮੈਨੂੰ ਕ੍ਰੋਧ ਤੋਂ ਬਚਾ ਲਾ। ਕ੍ਰੋਧ ਬੜਾ ਵੀ ਹੁੰਦਾ ਅਰਦਾਸ, ਮੈਂ ਵੇਖੇ ਨੇ ਕਈ ਅਰਦਾਸ ਕਰਦੇ ਨੇ, ਰੱਬਾ ਕ੍ਰੋਧ ਤੋਂ ਬਚਾ, ਪਰ ਅਰਦਾਸ ਕਰਨ ਤੋਂ ਬਾਅਦ ਵੀ ਕ੍ਰੋਧ ਦੇ ਸ਼ਿਕਾਰ ਹੋ ਜਾਂਦੇ ਨੇ। ਅਰਦਾਸ ਇਮਾਨਦਾਰੀ ਤਾਂ ਆਪ, ਮੈਂ ਨਹੀਂ ਕਹਿੰਦਾ ਕਿਸੇ ਨੂੰ ਦੱਸਿਓ, ਆਪ ਅਹਿਸਾਸ ਕਰਿਓ। ਅਸੀਂ ਆਪਣੇ ਪ੍ਰਤੀ ਤੇ ਇਮਾਨਦਾਰ ਰਹੀਏ ਨਾ। ਆਪਾਂ ਕਿੰਨੀ ਵਾਰੀ ਅਰਦਾਸ ਕਰਦੇ ਨੇ, ਰੱਬਾ ਮੈਨੂੰ ਕਾਮ ਤੋਂ ਬਚਾ, ਕ੍ਰੋਧ ਤੋਂ ਬਚਾ, ਹੰਕਾਰ ਤੋਂ ਬਚਾ, ਈਰਖਾ ਤੋਂ ਬਚਾ, ਪਰ ਆਪਾਂ ਦੇਖਦੇ ਆ ਅਗਲੇ ਹੀ ਪਲ ਈਰਖਾ ਵੀ ਆਉਂਦੀ ਆ, ਵਕਾਰ ਵੀ ਆਉਂਦੇ ਨੇ। ਫਿਰ ਅਰਦਾਸ ਤਾਂ ਇਹ ਵੀ ਨਹੀਂ ਸੁਣੀ ਗਈ ਫਿਰ ਸਾਡੀ। ਇਹਦਾ ਮਤਲਬ ਵੀ ਪਰਮਾਤਮਾ ਦੀ ਸਮਰੱਥਾ ਦੇ ਵਿੱਚ ਕੋਈ ਕਮੀ ਨਹੀਂ, ਕਮੀ ਕਿਤੇ ਸਾਡੇ ਵਿੱਚ ਆ। ਕਿਉਂਕਿ ਜੀ ਇਸ ਚੀਜ਼ ਨੂੰ ਦਲੀਲ ਬਣਾ ਕੇ ਸਿੱਧ ਕਰਨਾ ਵੀ ਉਹਨੇ ਤਨ ਦੇ ਰੋਗ ਦੀ ਨਿਵਰਤੀ ਵਾਸਤੇ ਅਰਦਾਸ ਕੀਤੀ ਸੀ, ਨਹੀਂ ਠੀਕ ਹੋਈ, ਤੇ ਇਸ ਕਰਕੇ ਗੁਰਬਾਣੀ ਉਹ ਠੀਕ ਹੀ ਨਹੀਂ ਕਰ ਸਕਦੀ। ਤਾਂ ਮੈਂ ਬੇਨਤੀ ਕਰਾਂ, 90% ਸਿੱਖ ਇਹੋ ਜਿਹੇ ਹੋਣਗੇ ਜਿਹੜੇ ਰੋਜ਼ ਹੀ ਅਰਦਾਸ ਕਰਦੇ, ਰੱਬਾ ਕ੍ਰੋਧ ਤੋਂ ਬਚਾ, ਤੇ ਕ੍ਰੋਧ ਦੇ ਫੇਰ ਸ਼ਿਕਾਰ ਹੋ ਜਾਂਦੇ ਨੇ ਉਹ। ਫਿਰ ਇਹਦਾ ਮਤਲਬ ਅਸੀਂ ਇਹ ਸਮਝ ਲਈਏ ਵੀ ਗੁਰਬਾਣੀ ਫਿਰ ਮਨ ਦੇ ਰੋਗ ਵੀ ਨਹੀਂ ਠੀਕ ਕਰਦੀ। ਨਹੀਂ ਸਾਧ ਸੰਗਤ, ਭਰੋਸਾ ਰੱਖੀਏ ਗੁਰਬਾਣੀ ਸਭ ਕੁਝ ਕਰਨ ਦੇ ਸਮਰੱਥਾ। ਫਿਰ ਗੱਲ ਕੀ ਹੈ, ਇਹਨਾਂ ਗੱਲਾਂ ਨੂੰ ਸਮਝਾਂਗੇ, ਪਰ ਇਹ ਸਾਰੀ ਸਟੈਪ ਬਾਏ ਸਟੈਪ ਵਿਚਾਰਾਂਗੇ। ਅੱਜ ਦੇ ਜਵਾਬ ਲਈ ਮੈਂ ਥੋੜਾ ਜਿਹਾ ਸਮਾਂ, ਹਾਲਾਂਕਿ ਮੈਂ ਕਿਹਾ ਸੀ 5-7 ਮਿੰਟਾਂ ਦੇ ਜਵਾਬ ਦਿਆ ਕਰਾਂਗੇ, ਪਰ ਥੋੜਾ ਜਿਹਾ 10-12 ਮਿੰਟ ਇਹਦੇ ਤੇ ਲਾਉਣਾ ਚਾਹੁੰਦਾ, ਕਿਉਂਕਿ ਹਰ ਪੱਖ ਖੋਲਣਾ ਚਾਹੁੰਦਾ ਮੈਂ। ਦੇਖੋ ਗੁਰਬਾਣੀ ਦੇ ਵਿੱਚੋਂ ਨਾ ਬੜੀ ਅਰਦਾਸ ਰੂਪੀ ਬਚਨ ਮਿਲਦੇ ਨੇ, ਜਿੱਥੇ ਮਹਾਨ ਪੁਰਖਾਂ ਨੇ ਪਦਾਰਥ ਵੀ ਮੰਗੇ ਨੇ। ਕਬੀਰ ਸਾਹਿਬ ਦਾ ਬਚਨ ਪੜੋ,
खाट मांगो चौपाई सिरहाना अवर तलाई ऊपर को मांगो खीदा तेरी भगत करे जन थींदा। ये शब्द मिलते ने ना, भगत धन्ना दे पढ़ो दाल सीधा मांगो घिओ हमरा खुशी करे नित जियो पणिया साधन अनीका। अनाज मंगो सत सीका गू भैंस मंगो लावेरी एक ताजन तुरी चंगेरी घर की गीहन चंगी जन धन्ना लेवै मंगी। गां मंग रहे घिओ मंग रहे ने पदार्थ मंग रहे ने कबीर जी की मंग रहे ने बिस्तरे मंग रहे सिरहाना मंग रहे चारपाई मंग रहे कितना कुछ मंग रहे ने। ਇਹਦਾ ਮਤਲਬ ਵੀ ਪਦਾਰਥਾਂ ਦੀ ਅਰਦਾਸ ਕਰ ਲੈਣੀ ਗੁਨਾਹ ਨਹੀਂ। ਹਾਂ ਇਹ ਸਪਸ਼ਟ ਜ਼ਰੂਰ ਕੀਤਾ ਹੈ ਕਬੀਰ ਜੀ ਨੇ ਕਿ ਪਰਮਾਤਮਾ ਮੈਂ ਪਦਾਰਥ ਮੰਗ ਰਿਹਾ ਪਰ ਲਾਲਚ ਨਹੀਂ ਕਰ ਰਿਹਾ, ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਪਰ ਕਬੀਰ ਜੀ ਫਿਰ ਇਹ ਕੁਝ ਮੰਗਿਆ ਕਿਉਂ? ਉਹ ਇਸ ਕਰਕੇ ਮੰਗਿਆ ਕਿਉਂਕਿ ਹੋ ਮੰਗੋ ਸੰਤ ਨਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ। ਤੇਰਾ ਭਗਤ ਤੇਰੀ ਭਗਤੀ ਕਰਦਾ ਹੈ ਤੇ ਕੋਈ ਦੁਨਿਆਵੀ ਲੋੜ ਪੈ ਗਈ ਮੈਂ ਕਿਸੇ ਦਾ ਮੁਹਤਾਜ ਨਾ ਹੋਵਾਂ, ਰੱਬਾ ਤੂੰ ਹੀ ਦੇ ਦੀ ਮੈਨੂੰ ਸਭ ਕੁਝ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਇੰਨਾ ਕੁ ਸਮਰੱਥ ਰਹੀਂ ਕਿ ਮੈਨੂੰ ਕਿਸੇ ਦੇ ਦਰ ਤੇ ਨਾ ਬੈਠਣਾ ਪਵੇ। ਇਹ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਔਰ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ 52 ਹੁਕਮਾਂ ਦੇ ਵਿੱਚੋਂ ਇੱਕ ਇਹ ਵੀ ਹੁਕਮ ਕੀਤਾ ਵੀ ਸਿੱਖ ਨੇ ਕੋਈ ਵੀ ਕਾਰਜ ਕਰਨ ਜਾਣਾ ਅਰਦਾਸ ਕਰਕੇ ਜਾਣਾ। ਫਿਰ ਹੁਣ ਅਰਦਾਸ ਦੇ ਕਨਸੈਪਟ ਨੂੰ ਕਿੱਥੇ ਲਿਜਾਵਾਂਗੇ ਅਸੀਂ? ਸਾਡੇ ਤਨ ਤੇ ਕੋਈ ਵੀ ਤਕਲੀਫ ਆਉਂਦੀ ਆ, ਅਸੀਂ ਬਿਮਾਰ ਸ਼ਮਾਰ ਹੋ ਜਾਂਦੇ ਆ ਕਿ ਸਾਡੇ ਹਿਰਦੇ ਚੋਂ ਅਰਦਾਸ ਨਹੀਂ ਨਿਕਲਦੀ ਵੀ ਵਾਹਿਗੁਰੂ ਜੀ ਮੈਨੂੰ ਬਚਾ ਲੈ। ਦੁਨਿਆਵੀ ਮੁਸ਼ਕਲ ਆਉਂਦੀ ਆ ਕਿ ਸਿੱਖ ਅਰਦਾਸ ਨਹੀਂ ਕਰਦਾ ਵਾਹਿਗੁਰੂ ਜੀ ਮੈਨੂੰ ਬਚਾ ਲਾ। ਹਾਂ ਠੀਕ ਆ, ਕਿਸੇ ਸਿੱਖ ਨੇ ਬੜੀ ਸੋਹਣੀ ਇਹ ਗੱਲ ਕਹੀ ਸੀ ਵੀ ਸਿੱਖ ਨੂੰ ਇਹ ਅਰਦਾਸ ਕਰਨੀ ਚਾਹੀਦੀ ਆ ਕਿ ਵਾਹਿਗੁਰੂ ਜੀ ਮੈਨੂੰ ਦੁੱਖ ਵੀ ਝੱਲਣ ਦੀ ਸਮਰੱਥਾ ਬਖਸ਼। ਪਰ ਦੇਖੋ ਇਹ ਅਵਸਥਾ ਅਰਦਾਸ ਦੀ ਵੀ ਇੱਕ ਅਵਸਥਾ ਹੁੰਦੀ ਆ ਤੇ ਇਹ ਅਵਸਥਾ ਅਸੀਂ ਹਰ ਕਿਸੇ ਤੇ ਥੋਪ ਨਹੀਂ ਸਕਦੇ। ਠੀਕ ਆ, ਗੁਰੂ ਨਾਨਕ ਸਾਹਿਬ ਨੇ ਇਹ ਵੀ ਗੱਲ ਕਹੀ ਆ ਵੀ ਦੁੱਖ ਛੱਡ ਕੇ ਸੁੱਖ ਹੀ ਮੰਗਦੇ ਰਹਿਣਾ, ਇਹ ਝੱਖਣਾ ਮਾਰਨਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁੱਖ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਆ। ਠੀਕ ਆ, ਸੁੱਖ ਤੇ ਦੁੱਖ ਜ਼ਿੰਦਗੀ ਦਾ ਪਾਰਟ ਨੇ, ਇਹਨੇ ਆਉਣੇ ਹੀ ਨੇ। ਪਰ ਜਦੋਂ ਦੁੱਖ ਆ ਗਿਆ, ਦੁੱਖ ਦੇ ਵਿੱਚ ਤਕਲੀਫ ਹੁੰਦੀ ਆ, ਸਿੱਖ ਦੀ ਅਵਸਥਾ ਨਹੀਂ ਅਜੇ ਇਹ ਵਾਲੀ ਕਿ ਰੱਬਾ ਮੈਨੂੰ ਦੁੱਖ ਝੱਲਣ ਦੀ ਸਮਰੱਥਾ ਬਖਸ਼, ਹਜੇ ਸਮਝ ਹੀ ਨਹੀਂ ਆਈ। ਤੇ ਉਹ ਵਾਲਾ ਸਿੱਖ ਜੇ ਅਰਦਾਸ ਕਰੇ ਵੀ ਰੱਬਾ ਇਸ ਦੁੱਖ ਤੋਂ ਬਚਾ ਲੈ, ਉਹ ਕੋਈ ਗੁਨਾਹ ਵੀ ਨਹੀਂ ਹੈਗਾ, ਯਾਦ ਰੱਖਿਓ। ਔਰ ਇਹ ਪੋਸੀਬਲ ਵੀ ਆ ਵੀ ਉਸ ਦੁੱਖ ਤੋਂ ਫਿਰ ਪਰਮਾਤਮਾ ਬਚਾ ਵੀ ਲੈਂਦਾ, ਇਹ ਯਾਦ ਰੱਖਿਓ। ਔਰ ਗੁਰਬਾਣੀ ਦਾ ਆਪਾਂ ਇਹ ਬਚਨ ਤੁਹਾਡੇ ਸਾਹਮਣੇ ਰੱਖਿਆ ਵੀ ਦਿਓਏ ਦੀ ਦਲੀਲ ਫਿਰ ਤੀਨੇ ਤਾਪ ਨਿਵਾਰਨ ਹਾਰਾ ਆਦ ਬਿਆਦ ਉਪਾਦ। ਇਸ ਗੱਲ ਦਾ ਜ਼ਿਕਰ ਕਰਿਓ ਫਿਰ ਸੰਗਤ ਦੇ ਸਾਹਮਣੇ। ਹੁਣ ਆਓ ਇਸ ਗੱਲ ਨੂੰ ਵਿਚਾਰੀ, ਹੁਣ ਬਿਲਕੁਲ ਸਪਸ਼ਟ ਕਰੀਏ ਗੱਲ ਵੀ ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਰੋਗ ਕਿਉਂ ਨਹੀਂ ਠੀਕ ਹੋਇਆ। ਇਸ ਤੋਂ ਪਹਿਲਾਂ ਤਾਂ ਚਲੋ ਇਹ ਵੀ ਇੱਕ ਅਵਸਥਾ ਵਾਲੀ ਗੱਲ ਆ। ਪਹਿਲਾਂ ਮੈਂ ਇੱਕ ਇਹ ਵੀ ਜ਼ਿਕਰ ਕਰਦੇ ਆ ਵੀ ਆਪਾਂ ਜੇ ਪ੍ਰੈਜ਼ੈਂਟ ਦੇ ਵਿੱਚ ਉਦਾਹਰਨਾਂ ਲੈਣੇ ਆ ਵੀ ਉਹਦਾ ਠੀਕ ਹੋ ਗਿਆ ਉਹਦਾ ਨਹੀਂ ਠੀਕ ਹੋਇਆ, ਤਾਂ ਮੈਂ ਇੱਕ ਬੇਨਤੀ ਕਰਾਂ ਜੀ, ਰੱਬ ਨੇ ਕਿਹਦੇ ਤੇ ਬਖਸ਼ਿਸ਼ ਕਰਨੀ ਆ, ਕਦੋਂ ਕਰਨੀ ਆ, ਕਦੋਂ ਨਹੀਂ ਕਰਨੀ, ਕਰਨੀ ਵੀ ਆ ਕਿ ਨਹੀਂ ਕਰਨੀ, ਉਹਨੇ ਸਵੱਲੀ ਨਜ਼ਰ ਕਰਨੀ ਆ ਕਿ ਉਪੱਠੀ ਨਜ਼ਰ ਕਰਨੀ ਆ, ਇਹ ਰੱਬ ਦੀ ਮਰਜ਼ੀ ਆ। ਇਹਦੇ ਵਿੱਚ ਸਾਡਾ ਜ਼ੋਰ ਨਹੀਂ ਚੱਲ ਸਕਦਾ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸ਼ਬਦ ਨਮਸਕਾਰਾ। ਉਹਦੇ ਤੇ ਜ਼ੋਰ ਨਹੀਂ ਚੱਲਦਾ। ਔਰ ਰੱਬ ਬੇਪਰਵਾਹ ਨੂੰ ਫਰਕ ਵੀ ਨਹੀਂ ਪੈਂਦਾ। ਰੱਬ ਆਪਾਂ ਦਿਖਾਉਣ ਲਈ ਨਹੀਂ ਕਰਦਾ ਵੀ ਜੇ ਹੁਣ ਅਸੀਂ ਕਹੀਏ ਵੀ ਰੱਬ ਕਰਕੇ ਦਿਖਾਵੇ, ਫਿਰ ਉਹਦਾ ਆਪਾਂ ਕਈ ਕਹਿੰਦੇ ਕਰਦੇ ਨੇ ਵਿਦਵਾਨ ਜੀ, ਲੈ ਜੀ ਉਹਦਾ ਰੋਗ ਠੀਕ ਹੋਇਆ, ਉਹਨਾਂ ਨੂੰ ਕਹੋ ਵੀ ਕਰਕੇ ਦਿਖਾਓ, ਫਿਰ ਉਹਨੂੰ ਰੱਬ ਨੂੰ ਕਰਕੇ ਦਿਖਾਓ ਉਹਦਾ ਠੀਕ। ਹੁਣ ਰੱਬ ਨੇ ਉਸ ਸਾਡੇ ਵਰਗਾ ਹੰਕਾਰੀ ਥੋੜਾ ਵੀ ਜਿਹੜਾ ਰੱਬ ਕਹਿੰਦਾ ਵੀ ਲੈ ਉਹਨੇ ਮੈਨੂੰ ਲਲਕਾਰਿਆ ਮੈਂ ਫਿਰ ਕਰਕੇ ਦਿਖਾਉਣਾ। ਰੱਬ ਤਾਂ ਬੇਪਰਵਾਹ, ਕੋਈ ਰੱਬ ਦੀ ਹੋਂਦ ਨੂੰ ਵੀ ਨਹੀਂ ਮੰਨਦਾ, ਰੱਬ ਨੂੰ ਤਾਂ ਵੀ ਨਹੀਂ ਫਰਕ ਪੈਂਦਾ। ਰੱਬ ਕਹਿੰਦਾ ਨਹੀਂ ਮੰਨਣਾ ਨਾ ਮੰਨ, ਰੱਬ ਤਾਂ ਬੇਪਰਵਾਹ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੇ ਆਪਾਂ ਦਿਖਾਉਣ ਲਈ ਨਹੀਂ ਕੁਝ ਕਰਨਾ, ਇਹ ਉਹਦੀ ਮਰਜ਼ੀ ਆ। ਉਹਨੇ ਕਿਹਦੇ ਤੇ ਬਖਸ਼ਿਸ਼ ਕਰਨੀ ਆ ਤੇ ਕਿਹਦੇ ਤੇ ਨਹੀਂ ਕਰਨੀ। ਅਸੀਂ ਰੱਬ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਨਾ ਕਰੀਏ, ਅਸੀਂ ਆਪ ਦਾ ਫਰਜ਼ ਸਾਂਭੀਏ। ਸਾਡਾ ਫਰਜ਼ ਭਰੋਸਾ ਕਰਨਾ ਹੈ, ਸਾਡਾ ਫਰਜ਼ ਅਰਦਾਸਾਂ ਕਰਨਾ। ਹੁਣ ਉਹ ਅਰਦਾਸ ਪੂਰੀ ਕਰਨੀ ਕਿ ਨਹੀਂ ਕਰਨੀ ਇਹ ਰੱਬ ਦੀ ਰਜ਼ਾ। ਹਾਂ, ਗੁਰੂ ਸਾਹਿਬ ਨੇ ਇਹ ਜ਼ਰੂਰ ਸਮਝਾਇਆ ਵੀ ਜੇ ਤੇਰੇ ਜ਼ੁਬਾਨ ਤੋਂ ਕੀਤੀ ਗਈ ਅਰਦਾਸ ਪੂਰੀ ਨਹੀਂ ਨਾ ਹੋਈ, ਉਹਦੇ 'ਚ ਵੀ ਤੇਰਾ ਭਲਾ ਹੋਵੇਗਾ, ਉਹਨੂੰ ਸੱਤ ਕਰਕੇ ਮੰਨਣਾ। ਇਹ ਗੱਲਾਂ ਜ਼ਰੂਰ ਸਿਖਾਈਆਂ, ਪਰ ਇਹ ਵਿਸ਼ਾ ਨਹੀਂ, ਆਪਾਂ ਫਿਰ ਕਿਤੇ ਵਿਚਾਰਾਂਗੇ ਇਸ ਗੱਲ ਦਾ। ਪਰ ਇਸ ਗੱਲ ਨੂੰ ਜ਼ਰੂਰ ਸਮਝਿਓ। ਹੁਣ ਆਓ ਇਸ ਗੱਲ ਤੇ ਆਉਂਦੇ ਆ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਰੋਗ ਠੀਕ ਨਹੀਂ ਹੋਇਆ, ਹੋਰ ਸਿੱਖਾਂ ਦਾ ਹੋ ਗਿਆ, ਇਤਿਹਾਸ ਦਾ ਇਹ ਆਪੇ ਵਿਰੋਧੀ ਪੱਖ ਕਿਉਂ? ਤਾਂ ਇਹ ਗੱਲ ਦੇਖੋ ਸਪਸ਼ਟ ਜੀ ਆ, ਸਰਲ ਜੀ ਇਹ ਗੱਲ, ਧਿਆਨ ਨਾਲ ਸੁਣਿਓ। ਮੰਨ ਲਓ ਮੇਰੇ ਤਨ ਤੇ ਰੋਗ ਹੋਇਆ, ਮੈਨੂੰ ਤਕਲੀਫ ਹੋਈ ਤੇ ਮੈਂ ਅਰਦਾਸ ਕੀਤੀ ਆਪਦੇ ਗੁਰੂ ਦੇ ਚਰਨਾਂ ਤੇ, ਸਤਿਗੁਰੂ ਮੈਨੂੰ ਰੋਗ ਤੋਂ ਬਚਾ ਲੈ, ਤੇ ਗੁਰੂ ਨੇ ਬਚਾ ਵੀ ਲਿਆ, ਮੇਰਾ ਰੋਗ ਠੀਕ ਕਰਤਾ, ਇਹ ਬਖਸ਼ਿਸ਼ ਹੈ। ਪਰ ਕਿਸੇ ਨੂੰ ਰੋਗ ਦੇ ਵਿੱਚ ਰਹਿ ਕੇ ਵੀ ਖਿੜਨਾ ਸਿਖਾ ਦਿੱਤਾ, ਇਹ ਉਸ ਤੋਂ ਵੀ ਵੱਡੀ ਬਖਸ਼ਿਸ਼ ਹੈ। ਮੈਨੂੰ ਸਮਾਜ ਦੇ ਵਿੱਚ ਕੋਈ ਮੁਸ਼ਕਲ ਆ ਗਈ, ਮੇਰੇ ਤੋਂ ਝੱਲੀ ਨਹੀਂ ਜਾ ਰਹੀ, ਮੈਂ ਅਰਦਾਸ ਕੀਤੀ ਰੱਬਾ ਬਚਾ ਲੈ ਤੇ ਰੱਬ ਨੇ ਬਚਾ ਵੀ ਲਿਆ, ਇਹ ਬਖਸ਼ਿਸ਼ ਹੈ।
ਪਰ ਕਿਸੇ ਨੂੰ ਮੁਸ਼ਕਲਾਂ ਦੇ ਵਿੱਚ ਰਹਿ ਕੇ ਵੀ ਹੱਸਣਾ ਸਿਖਾ ਦਿੱਤਾ, ਇਹ ਉਸ ਤੋਂ ਵੀ ਵੱਡੀ ਬਖਸ਼ਿਸ਼ ਆ। ਤੋ ਜੇ ਕਿਸੇ ਨੂੰ ਰੋਗ ਦੇ ਵਿੱਚ ਰਹਿ ਕੇ ਵੀ ਖਿੜਨਾ ਆ ਗਿਆ ਨਾ, ਇਹਦਾ ਮਤਲਬ ਰੱਬ ਨੇ ਉਹਦੇ ਤੇ ਵੱਡੀ ਬਖਸ਼ਿਸ਼ ਕੀਤੀ ਆ। ਤੇ ਜੇ ਕਿਸੇ ਨੂੰ ਦਾ ਰੋਗ ਠੀਕ ਕਰ ਦਿੱਤਾ, ਇਹਦਾ ਮਤਲਬ ਵੀ ਉਹਦੇ ਤੇ ਬਖਸ਼ਿਸ਼ ਕੀਤੀ ਆ। ਮੈਂ ਚਲੋ ਉਹਨੂੰ ਛੋਟੀ ਤਾਂ ਨਹੀਂ ਕਹਿੰਦਾ, ਪਰ ਬਖਸ਼ਿਸ਼ ਕੀਤੀ ਆ। ਪਰ ਰੋਗ ਦੇ ਵਿੱਚ ਖਿੜਨਾ ਸਿਖਾ ਦਿੱਤਾ, ਇਹ ਵੱਡੀ ਬਖਸ਼ਿਸ਼ ਆ। ਔਰ ਇਹ ਅਵਸਥਾ ਦੇ ਮੁਤਾਬਕ ਮੈਂ ਚਲੋ ਇੱਕ ਛੋਟੀ ਜਿਹੀ ਉਦਾਹਰਨ ਦੇ ਨਾਲ ਗੱਲ ਸਮਝਦੇ ਆ। ਮੰਨ ਲਓ ਇੱਕ ਪਿਤਾ ਦੇ 2 ਬੱਚੇ ਨੇ, ਇੱਕ ਬੱਚਾ ਛੋਟਾ ਜਿਹਾ ਸਾਲ 1.5 ਸਾਲ ਦਾ, ਔਰ ਇੱਕ ਨੌਜਵਾਨ ਹੈ 19-20 ਸਾਲਾਂ ਦਾ। ਚਲੋ ਠੀਕ ਆ, ਤੁਸੀਂ ਕਹੋਗੇ ਵੀ ਇੰਨਾ ਗੈਪ, ਸਿਰਫ ਸਮਝਣ ਵਾਸਤੇ ਉਦਾਹਰਨ। ਇੱਕ ਨਿੱਕਾ ਜਿਹਾ ਬੱਚਾ ਜਿਹੜਾ ਹਜੇ ਰਿੜਦਾ ਹੀ ਆ, ਤੇ ਦੂਜਾ ਜਵਾਨ ਆ। ਹੁਣ ਰਿੜਨ ਵਾਲਾ ਬੱਚਾ ਆਪਣੇ ਪਿਤਾ ਤੋਂ ਕੋਈ ਮੰਗ ਕਰਦਾ ਹੈ ਨਾ, ਪਿਤਾ ਖੁਸ਼ ਹੋ ਕੇ ਦੇ ਦਿੰਦਾ। ਆਪਾਂ ਦੇਖਦੇ, ਤੁਸੀਂ ਦੇਖ ਲਓ ਜਿਹੜੇ ਵੀ ਪਿਤਾ ਹੋਣਗੇ, ਛੋਟਾ ਜਿਹਾ ਬੱਚਾ ਨਾ ਅਕਸਰ ਉਹਦੀ ਜਾਇਜ਼ ਮੰਗ ਪੂਰੀ ਕਰ ਦਿੱਤੀ ਜਾਂਦੀ ਹੈ। ਪਰ ਜੇ ਕੋਈ ਵੱਡਾ ਬੱਚਾ ਹੋਵੇ ਨਾ, ਜਵਾਨ ਹੋਵੇ, ਉਹ ਕੁਝ ਮੰਗ ਲੇ, ਮੰਨ ਲਓ ਉਹਨੇ ਮੰਗ ਲਿਆ ਵੀ ਪਾਪਾ ਜੀ ਮੈਨੂੰ ਬੁਲਟ ਲੈ ਕੇ ਦਿਓ, ਔਰ ਬਹੁਤੀ ਵਾਰ ਇੰਜ ਹੀ ਹੁੰਦਾ ਵੀ ਪਿਤਾ ਕਹਿੰਦਾ ਵੀ ਪੁੱਤ ਨਹੀਂ ਸਰ ਸਕਦਾ ਇਹਦੇ ਬਿਨਾ, ਤੂੰ ਇੰਜ ਹੀ ਸਾਰ ਹੋ ਜਾਂਦਾ। ਇੰਜ ਹੁੰਦਾ ਹੈ ਨਾ। ਛੋਟਾ ਬੱਚਾ ਕੋਈ ਚੀਜ਼ ਦੀ ਮੰਗ ਕਰੇ, ਉਹਦੀ ਮੰਗ ਪੂਰੀ ਕਰ ਦਿੱਤੀ ਜਾਂਦੀ ਆ। ਪਰ ਕੋਈ ਵੱਡਾ ਬੱਚਾ ਮੰਗ ਕਰਦਾ, ਉਹਨੂੰ ਸਮਝਾਇਆ ਜਾਂਦਾ ਨਹੀਂ ਤੂੰ ਇਹਦੇ ਤੋਂ ਬਿਨਾਂ ਵੀ ਰਹਿਣਾ ਸਿੱਖ, ਕਿਉਂਕਿ ਤੂੰ ਹੁਣ ਵੱਡਾ ਹੋ ਗਿਆ, ਬੱਚਾ ਥੋੜਾ। ਹੁਣ ਇਹ ਮਤਲਬ ਡਿਪੈਂਡ ਕਰਦਾ ਨਾ ਵੀ ਉਹਦੀ ਅਵਸਥਾ ਕਿਹੋ ਜੀ ਆ। ਐਵੇਂ ਅਧਿਆਤਮਿਕ ਤੌਰ ਤੇ ਅਵਸਥਾ ਤੇ ਡਿਪੈਂਡ ਕਰਦਾ ਵੀ ਰੱਬ ਨੇ ਕਿਹੜੀ ਅਰਦਾਸ ਪੂਰੀ ਕਰਨੀ ਆ ਤੇ ਕਿਹੜੀ ਨਹੀਂ ਕਰਨੀ ਹੈ, ਉਹਦੀ ਮਰਜ਼ੀ ਹੈ, ਅਵਸਥਾ ਤੇ ਡਿਪੈਂਡ ਕਰਦਾ। ਜਿਹੜਾ ਸਪਿਰਚੁਅਲ ਤੌਰ ਤੇ ਹਜੇ ਬੱਚਾ ਹੈ ਨਾ, ਸਪਿਰਚੁਅਲ ਤੌਰ ਤੇ ਕਹਿ ਰਿਹਾ, ਸਰੀਰਕ ਤੌਰ ਤੇ ਨਹੀਂ, ਅਧਿਆਤਮਿਕ ਤੌਰ ਤੇ, ਭਾਵ ਜਿਹਦੇ ਅੰਦਰ ਭਰੋਸਾ ਤੇ ਭਾਵਨਾ ਤਾਂ ਆ ਗਈ ਹੈ, ਸ਼ਰਧਾ ਆ ਗਈ ਹੈ, ਪਰ ਹਜੇ ਉਹ ਸਾਰੇ ਮਹਾਨ ਪੁਰਖਾਂ ਵਾਲੇ ਗੁਣ ਨਹੀਂ ਆਏ, ਬਸ ਭਰੋਸਾ ਪੂਰਾ ਹੈ। ਕਿਉਂਕਿ ਇਹ ਗੱਲ ਯਾਦ ਰੱਖਿਓ, ਭਰੋਸਾ ਹੋਣਾ ਜ਼ਰੂਰੀ ਹੈ ਜੇ ਅਰਦਾਸ ਪੂਰੀ ਕਰਾਉਣੀ ਤਾਂ। ਜਿਹਦੇ ਭਰੋਸੇ ਟੁੱਟੇ ਪਏ ਨੇ, ਉਹ ਕਵੇ ਵੀ ਹੁਣ ਭਰੋਸੇ ਤੋਂ ਬਿਨਾਂ ਤਾਂ ਤਾਰ ਹੀ ਨਹੀਂ ਨਾ ਜੁੜਨੀ। ਫਿਰ ਭਰੋਸਾ ਹੈ, ਸ਼ਰਧਾ ਹੈ, ਭਾਵਨਾ ਹੈ, ਪਰ ਹਜੇ ਸਪਿਰਚੁਅਲ ਤੌਰ ਤੇ ਬੱਚਾ ਹੈ। ਉਹਦੀ ਤਕਲੀਫ ਕਈ ਵਾਰੀ ਰੱਬ ਦੂਰ ਕਰ ਦਿੰਦਾ। ਉਹਨੂੰ ਤੁਸੀਂ ਦੇਖ ਲਓ, ਪਦਾਰਥ ਮੰਗਣ ਤੇ ਪਦਾਰਥ ਦੇ ਦਿੰਦਾ ਰੱਬ। ਪਰ ਕੋਈ ਵੱਡੀ ਅਵਸਥਾ ਵਾਲਾ ਹੋਵੇ ਨਾ, ਉਹਨੂੰ ਪਦਾਰਥਾਂ ਤੋਂ ਬਿਨਾਂ ਖਿੜਨਾ ਸਿਖਾਉਂਦਾ ਹੈ ਰੱਬ। ਹੁਣ ਤੁਸੀਂ ਦੇਖਿਓ, ਇਤਿਹਾਸ ਦੇ ਪੱਖ ਦੇਖਿਓ, ਸਾਰਾ ਇਤਿਹਾਸ ਘੋਖ ਕੇ ਦੇਖਿਓ, ਤੁਸੀਂ ਦੇਖ ਲਓ ਵੀ ਜਿਹੜੇ ਸਰੀਰ ਦੇ ਰੋਗ ਠੀਕ ਕਰਨ ਵਾਲੀ ਗੱਲ ਆ ਨਾ, ਇਹ ਘਟਨਾ ਉਹਨਾਂ ਨਾਲ ਵਰਤੀ ਜਿਹੜੇ ਬਿਗਨਰ ਸੀ। ਹੁਣ ਪ੍ਰੇਮਾ ਕੋੜੀ ਉਹ ਬਿਗਨਰ ਸੀ, ਅਜੇ ਹੁਣੇ ਹੀ ਆ ਕੇ ਦਰ ਤੇ ਬੈਠਾ ਸੀ ਨਾ, ਉਹ ਕੋਈ ਲੰਮੇ ਸਮੇਂ ਤੋਂ ਸਿੱਖ ਨਹੀਂ ਸੀ ਗੁਰੂ ਸਾਹਿਬ ਦਾ, ਹੁਣੇ ਹੀ ਆਇਆ ਸੀ, ਉਹਦਾ ਰੋਗ ਠੀਕ ਹੋਇਆ। ਵਜ਼ੀਰ ਖਾਂ ਪਹਿਲਾਂ ਗੁਰੂ ਸਾਹਿਬ ਨਾਲ ਨਹੀਂ ਸੀ ਜੁੜਿਆ, ਪਹਿਲੀ ਵਾਰ ਗੁਰਬਾਣੀ ਸੁਣੀ ਸੀ, ਅਜੇ ਬਿਗਨਰ ਸੀ, ਉਹਦਾ ਰੋਗ ਠੀਕ ਹੋਇਆ। ਤੁਸੀਂ ਦੇਖ ਲਓ ਵੀ ਜਿਹਦੇ ਵੀ ਰੋਗ ਠੀਕ ਹੋਣ ਵਾਲੀ ਗੱਲ ਆਉਂਦੀ ਆ ਨਾ, ਉਹ ਹਜੇ ਬਿਗਨਰ ਹੁੰਦੇ ਨੇ। ਪਰ ਕੋਈ ਵੱਡੀ ਅਵਸਥਾ ਵਾਲਾ ਹੁੰਦਾ ਹੈ ਨਾ, ਉਹਨੂੰ ਰੋਗ ਠੀਕ ਕਰਨ ਵਾਲੀ ਬਖਸ਼ਿਸ਼ ਨਹੀਂ ਗੁਰੂ ਕਰਦਾ। ਚਲੋ ਕਰ ਵੀ ਦੇਵੇ, ਉਹਦੀ ਮਰਜ਼ੀ ਆ, ਮੈਂ ਉਹਦੇ ਤੇ ਟਿੱਪਣੀ ਨਹੀਂ ਕਰਦਾ, ਉਹਦੇ ਤੇ ਸ਼ੰਕਾ ਨਹੀਂ ਕਰਦਾ। ਪਰ ਬਹੁਤੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਗੁਰੂ ਸਾਹਿਬ ਉਹਦੇ ਤੋਂ ਵੱਡੀ ਬਖਸ਼ਿਸ਼ ਕਰਦੇ ਨੇ, ਉਹਨੂੰ ਰੋਗ ਦੇ ਵਿੱਚ ਰਹਿ ਕੇ ਖਿੜਨਾ ਸਿਖਾਉਂਦੇ ਨੇ। ਜੇ ਗੱਲ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਆ ਨਾ, ਦੇਖੋ ਉਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਨਾ। ਕਿਸੇ ਨੂੰ ਰੋਗ ਹੋਇਆ ਤੇ ਉਹਨੂੰ ਤਕਲੀਫ ਹੋਈ, ਭਰੋਸਾ ਹੈ ਤੇ ਅਰਦਾਸ ਕੀਤੀ, ਉਹਦਾ ਰੋਗ ਠੀਕ ਹੋ ਗਿਆ। ਹੁਣ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਰੋਗ ਹੋਇਆ, ਉਹਨੂੰ ਤਕਲੀਫ ਹੀ ਨਹੀਂ ਹੋ ਰਹੀ, ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ। ਉਹ ਕਹਿੰਦੇ ਰੋਗ ਆਇਆ ਤੇ ਠੀਕ ਹੈ, ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ। ਉਹਨਾਂ ਨੂੰ ਰੋਗ 'ਚ ਰਹਿ ਕੇ ਹੀ ਖਿੜਨਾ ਆ ਗਿਆ, ਕਿਉਂਕਿ ਉਹ ਤਾਂ ਰੱਬ ਰੂਪ ਨੇ ਨਾ। ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਵੀ ਰੋਗ ਨਾ ਵੀ ਠੀਕ ਹੋਵੇ ਤੇ ਫਿਰ ਕੀ ਫਰਕ ਪੈਂਦਾ। ਤੋ ਇਹ ਅਵਸਥਾ ਮੈਟਰ ਕਰਦੀ ਆ। ਜੇ ਕੋਈ, ਹੁਣ ਮੈਂ ਸਪਸ਼ਟ ਕਹਿ ਦਿਆਂ ਵੀ ਜਿਹੜੇ ਅਧਿਆਤਮਿਕ ਤੌਰ ਤੇ ਬਿਗਨਰ ਨੇ ਨਾ, ਰੱਬ ਤੁਸੀਂ ਦੇਖ ਲਿਓ ਉਹਨਾਂ ਦੇ ਬਹੁਤੀ ਵਾਰ ਪਦਾਰਥਕ ਅਰਦਾਸਾਂ ਸੁਣ ਲੈਂਦਾ ਹੈ। ਪਰ ਜਿਨ੍ਹਾਂ ਦੀ ਅਵਸਥਾ ਉੱਚੀ ਹੋਵੇ, ਉਹਨਾਂ ਦੀ ਬਹੁਤੀ ਵਾਰ ਪਦਾਰਥਕ ਅਰਦਾਸ ਘੱਟ ਸੁਣੀ ਜਾਂਦੀ ਹੈ, ਸਪਿਰਚੁਅਲ ਅਰਦਾਸ ਛੇਤੀ ਸੁਣੀ ਜਾਂਦੀ ਹੈ। ਵੀ ਦੇਖ ਲਿਓ, ਅਧਿਆਤਮਿਕ ਤੌਰ ਤੇ ਉੱਚੇ ਸਿੱਖਾਂ ਦੀ ਸਪਿਰਚੁਅਲ ਅਰਦਾਸ ਸੁਣੀ ਜਾਂਦੀ ਆ, ਔਰ ਜਿਹੜੇ ਬਿਗਨਰ ਨੇ ਉਹਨਾਂ ਦੀ ਪਦਾਰਥਕ ਅਰਦਾਸ ਛੇਤੀ ਸੁਣੀ ਜਾਂਦੀ ਹੈ। ਬਹੁਤ ਹੀ ਪ੍ਰਮਾਣ ਐਵੇਂ ਦੇ ਮਿਲ ਜਾਣਗੇ ਪ੍ਰੈਜ਼ੈਂਟ ਡੇ ਦੇ ਵਿੱਚ ਵੀ। ਤੋ ਇਸ ਕਰਕੇ ਅਸੀਂ ਇਹ ਹਵਾਲੇ ਲੈ ਕੇ ਨਹੀਂ ਸਿੱਧ ਕਰਨੇ, ਗੁਰਬਾਣੀ ਸਰਬ ਕਲਾ ਸਮਰਾਥਾ। ਹਾਂ, ਇਹ ਅਵਸਥਾ ਸਤਿਗੁਰੂ ਜੀ ਬਖਸ਼ ਦੇਣ ਕਿ ਸਾਨੂੰ ਵਿਪਤਾਵਾਂ ਦੇ ਵਿੱਚ ਵੀ ਇਹ ਮੰਗਣਾ ਆ ਜਾਵੇ ਵੀ ਰੱਬਾ ਰੋਗ ਦੇ ਵਿੱਚ ਰਹਿ ਕੇ ਵੀ ਸਾਨੂੰ ਖਿੜਨਾ ਸਿਖਾ। ਇਹ ਵੱਡੀ ਬਖਸ਼ਿਸ਼ ਆ, ਪਰ ਇਹਨੂੰ ਅਸੀਂ ਕਿੰਤੂ ਵਿੱਚ ਨਹੀਂ ਲੈਣਾ ਵੀ ਰੱਬ ਆ ਨਹੀਂ ਕਰ ਸਕਦਾ। ਠੀਕ ਆ, ਅਸੀਂ ਦੇਖੋ ਲੈਕਚਰ ਕਰ ਕਰਕੇ ਇਹ ਸਿਖਾਈਏ ਬੱਚਿਆਂ ਨੂੰ। ਹਾਲਾਂਕਿ ਤੁਸੀਂ ਦੇਖੋ ਗੁਰੂ ਸਾਹਿਬ ਨੇ ਨਾ ਪੁਆਇੰਟ ਟੂ ਪੁਆਇੰਟ, ਪਰਸਨ ਟੂ ਪਰਸਨ ਗੱਲ ਸਮਝਾਈ ਆ। ਜਿਨ੍ਹਾਂ ਦੀ ਦੇਖੋ ਐ ਲੱਗਦਾ ਸੀ ਵੀ ਇਹਦੀ એનર્ਜੀ ਵੱਡੀ, ਇਹਦੀ ਸਮਰੱਥਾ ਵਰਗੀ। ਹੁਣ ਭਾਈ ਮਾਂਝਰ ਗਏ, ਉਹਨਾਂ ਦੀ ਪਹਿਲਾਂ ਹੀ ਦੇਖ ਲਈ ਸੀ ਵੀ ਇਹਦੀ ਸਮਰੱਥਾ ਕਿਤੇ ਬਹੁਤ ਵੱਡੀ ਹੈ, ਤਾਂ ਗੁਰੂ ਕਾ ਬੋਹਿਤ ਬਣਨ ਦੇ ਸਮਰੱਥ ਹੈ। ਫਿਰ ਉਹਨੂੰ ਪਹਿਲਾਂ ਹੀ ਕਹਿਤਾ ਵੀ ਭਾਈ ਦੁੱਖ ਤਕਲੀਫਾਂ ਆਉਣਗੇ, ਚੱਲ ਲਈ, ਫਿਰ ਚੱਲ ਲਏਗਾ। ਪਰਸਨ ਟੂ ਪਰਸਨ ਗੱਲ ਹੁੰਦੀ ਹੈ ਨਾ। ਅਸੀਂ ਦੇਖੋ ਨਰਸਰੀ ਵਾਲਿਆਂ ਨੂੰ ਨਰਸਰੀ ਦਾ ਸਿਲੇਬਸ ਪੜਾਉਣਾ ਸੀ, ਉਹਨਾਂ ਨੂੰ 10th ਦਾ ਸਿਲੇਬਸ ਪੜ੍ਹਾ ਰਹੇ ਆ, ਔਰ ਜਿਨ੍ਹਾਂ ਨੂੰ 10th ਦੀ ਗੱਲ ਸਮਝਾਉਣੀ ਸੀ ਉਹਨਾਂ ਨੂੰ ਨਰਸਰੀ ਦੀ ਗੱਲ ਸਮਝਾ ਰਹੇ।
ਤਾਂ ਮੇਰੀ ਬੇਨਤੀ ਹੈ ਵੀ ਅਵਸਥਾ ਤੇ ਮੈਟਰ ਕਰਦਾ ਹੈ। ਸਾਨੂੰ ਹੁਣ ਕਿਸੇ ਪਰਸਨ ਦੀ ਅਵਸਥਾ ਨਹੀਂ ਪਤਾ ਲੱਗਦੀ ਨਾ, ਅਸੀਂ ਘੱਟੋ ਘੱਟ ਕਿਸੇ ਗੱਲ ਨੂੰ ਖਾਰਜ ਵੀ ਨਾ ਕਰੀਏ। ਠੀਕ ਆ, ਅਸੀਂ ਇਹ ਸਿਖਾਈਏ ਬੱਚਿਆਂ ਨੂੰ, ਵੱਡਿਆਂ ਨੂੰ, ਜਾਂ ਜਿਹਨੂੰ ਵੀ ਸਿਖਾਉਣਾ ਹੈ ਵੀ ਭਾਈ ਦੁੱਖ ਵਿੱਚ ਰਹਿ ਕੇ ਵੀ ਖਿੜਨਾ ਸਿੱਖੋ, ਪਰ ਅਸੀਂ ਇਸ ਗੱਲ ਨੂੰ ਖਾਰਜ ਨਾ ਕਰੀਏ ਵੀ ਗੁਰਬਾਣੀ ਆ ਨਹੀਂ ਕਰ ਸਕਦੀ। ਤੋ ਗੁਰਬਾਣੀ ਸਰਬ ਕਲਾ ਸਮਰੱਥ ਹੈ। ਤੇ ਮੈਂ ਬੇਨਤੀ ਕਰਾਂ ਜੀ, ਦੇਖੋ ਜੇ ਸਾਡੇ ਵਿੱਚੋਂ ਭਰੋਸਾ ਨਿਕਲ ਗਿਆ ਨਾ ਤਾਂ ਸਭ ਕੁਝ ਨਿਕਲ ਗਿਆ। ਭਰੋਸਾ ਬੇਸ ਆ ਜੀ, ਅਸੀਂ ਭਰੋਸੇ ਤੋੜ ਰਹੇ ਹਾਂ ਆ ਗੱਲਾਂ ਕਰਕੇ। ਔਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹਨਾਂ ਗੱਲਾਂ ਤੋਂ ਅਸੀਂ ਦੂਰ ਰਹੀਏ ਜੀ। ਗੁਰਬਾਣੀ ਸਭ ਕੁਝ ਕਰਨ ਦੇ ਸਮਰੱਥ। ਭਰੋਸਾ ਕਰੀਏ ਸਤਿਗੁਰੂ ਤੇ। ਹਾਂ, ਇਹਦੇ ਚੋਂ ਵੀ ਕੋਈ ਸਵਾਲ ਰਹਿ ਜਾਵੇ ਕਿਸੇ ਨੂੰ, ਉਹ ਕਰ ਸਕਦਾ ਹੈ, ਜਾਂ ਕੋਈ ਹੋਰ ਵੀ ਸਵਾਲ ਹੋਵੇ ਤੁਸੀਂ ਮੇਰੇ YouTube ਦੀ ਵੀਡੀਓ ਤੇ ਕਮੈਂਟ ਕਰ ਸਕਦੇ ਹੋ, ਜਾਂ 8427416823 ਤੇ ਇਹਦੇ ਤੇ WhatsApp ਕਰ ਸਕਦੇ ਹੋ। ਤੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।